अस्सलाम वालेकुम दोस्तों, उम्मीद करदा खैरियत नाल हो। ਜਿਹੜੇ ਲੋਕ ਦੇਸੀ ਇਨਵਰਟਰ ਲਾਉਣ ਦੇ ਬਾਰੇ ਸੋਚਣ ਦੇ ਵੀਡੀਓ ਉਹਨਾਂ ਬਾਰੇ ਆ ਕਿ ਦੇਸੀ ਇਨਵਰਟਰ ਦੋ ਕਿਸਮ ਦੇ ਆ ਰਹੇ ਆ। ਉਹ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਦਾ, ਮਾਲੂਮਾਤ ਸ਼ੇਅਰ ਕਰਦੇ ਹਾਂ। ਦੋਨਾਂ ਦੀ ਤਸਵੀਰਾਂ ਵੀ ਐਂਡ 'ਤੇ ਸ਼ੇਅਰ ਕਰਾਂਗੇ ਕਿ ਕਿਹੜਾ ਕਿਸ ਕਿਸਮ ਦਾ ਆ ਲੱਗਿਆ। ਲੋਂਗੀ ਅਤੇ ਹੀਮੋ S6 ਦੇ ਪੈਨਲ 4 ਪੈਨਲ ਲੱਗੇ ਆ 585, ਯਾਨੀ ਕਿ 1300 ਵਾਟ ਬਣ ਜਾਂਦਾ। ਅਤੇ 4 ਪੈਨਲ ਲੱਗਿਆ। ਦੇਸੀ ਇਨਵਰਟਰ ਇਹਨਾਂ ਨੇ ਲਿਆਂਦਾ ਵਾ 5 kVA ਦਾ। 5 kVA ਦਾ ਬਰਾਏ ਨਾਮ 5 kVA। ਉਹਨੂੰ ਇੰਸਟਾਲ ਕੀਤਾ, ਲੋਡ 'ਤੇ ਚਲਾਇਆ, 10 ਤੋਂ 15 ਮਿੰਟ ਚੱਲਿਆ ਅਤੇ ਸੜ ਗਿਆ। ਠੀਕ ਆ, ਵਾਪਸ ਕੰਪਲੇਨ ਕੀਤੀ ਅਤੇ ਕਹਿੰਦੇ ਇਹ 5 kVA ਨੇ ਨਾ 60% ਲੋਡ ਚੁੱਕਣਾ, 65% ਐਵੇਂ ਯਾਨੀ ਕਹਾਣੀ ਕਰਾਉਂਦੇ ਸੀਗੇ। ਵਾਪਸ ਕੀਤਾ, ਰਿਪੇਅਰਿੰਗ ਕਰਕੇ 15-20 ਦਿਨਾਂ ਬਾਅਦ ਆਇਆ, ਫਿਰ ਦੁਬਾਰਾ ਇੰਸਟਾਲ ਕੀਤਾ। ਠੀਕ ਆ, ਕਹਿੰਦੇ ਤੁਸੀਂ ਫਰਿੱਜ ਨਹੀਂ ਚਲਾਉਣੀ, ਪੰਖੇ ਚਲਾਉਣੇ ਸਿਰਫ। ਅਤੇ ਚਲੋ ਅਸੀਂ ਕਿਹਾ ਵੀ ਠੀਕ ਆ, ਸੇਫਟੀਆਂ ਕਹਿੰਦੇ ਲਾਉਣੀਆਂ, ਇਹ ਸੇਫਟੀ ਆ ਪ੍ਰੋਟੈਕਸ਼ਨ ਰਿਲੇ ਲਗਾਈ ਇਹਨੂੰ। ਇਹ ਸੈਟਿੰਗ 4 ਐਂਪੀਅਰ 'ਤੇ ਕੀਤੀ ਹੋਈ ਆ। ਫਿਲਹਾਲ 3 ਐਂਪੀਅਰ ਚੱਲ ਰਹੇ, ਪੰਖੇ ਚੱਲ ਰਹੇ ਅਤੇ 6 ਅਤੇ ਨਾਲ ਚੱਲਦੀਆਂ 2-4 ਲਾਈਟਾਂ। ਫਰਿੱਜ ਨਹੀਂ ਚਲਾਈ। ਅਤੇ ਫਿਰ ਲੋਡ ਚੁੱਕਿਆ ਇਹਨੇ, ਕੋਈ 15-20 ਮਿੰਟ ਚੱਲਿਆ ਅਤੇ ਫਿਰ ਸੜ ਗਿਆ। ਅਤੇ ਫਿਰ ਖੈਰ ਮੈਂ ਵਾਪਸ ਕੀਤਾ। ਹੁਣ ਤੀਸਰੀ ਟਰਮ 'ਚ ਜਦੋਂ ਆਏਗਾ ਉਹਦੇ ਤਾਂ ਨਾਲ ਮਾਲੂਮਾਤ ਸ਼ੇਅਰ ਕਰਾਂਗੇ। ਫਿਲਹਾਲ ਇਹ ਚਾਰਜਰ ਦੀ ਵੀਡੀਓ ਬਣਾਈ ਸੀ, ਉਹ ਸ਼ੇਅਰ ਕਰਨ ਲੱਗਿਆ ਕਿੰਨੇ ਵੋਲਟ, ਕਿੰਨੇ ਐਂਪੀਅਰ ਅਤੇ ਕੀ ਹਿਸਾਬ ਕਿਤਾਬ ਆ। ਬ੍ਰੇਕਰ ਔਨ ਕੀਤਿਆਂ ਸੇਫ DC ਬ੍ਰੇਕਰ ਪਲੇਟਾਂ ਤੋਂ ਜਿਹੜਾ ਆਉਂਦਾ, ਇਹਨੂੰ ਆਨ ਕੀਤਿਆਂ ਔਨ ਹੋ ਜਾਂਦਾ। 190 ਵੋਲਟੇਜ 'ਚ ਆ ਰਹੇ ਪਿੱਛੋਂ ਪਲੇਟਾਂ ਦੇ। ਚੇਂਜ ਓਵਰ ਤੋਂ ਲੋਡ ਆਫ ਕੀਤਾ ਹੋਇਆ ਵਾ। ਠੀਕ ਆ, ਅਤੇ 4-5 ਸੈਕਿੰਡ ਬਾਅਦ ਲੋਡ ਇਹਨੇ ਸ਼ਿਫਟ ਕਰਨਾ ਖੁਦ ਇਨਵਰਟਰ ਨੇ। 190 ਵੋਲਟ ਜਦੋਂ ਲੋਡ ਪਾਉਣਾ, ਉਹ ਵੋਲਟੇਜ 120 ਰਹਿ ਜਾਂਦੀ ਉਹਦੇ ਉੱਤੇ। ਠੀਕ ਹੈ, ਜਦੋਂ ਚੇਂਜ ਓਵਰ ਘੁਮਾ ਕੇ ਲੋਡ ਪਾਉਣਾ, ਉਦੋਂ ਤੁਹਾਨੂੰ ਵੋਲਟੇਜ ਦਿਖਾਉਣਾ ਉਹਦੇ ਨਾਲ। ਇਹਦੇ ਐਂਪੀਅਰ ਵੀ ਸ਼ੋ ਹੁੰਦੇ ਆ ਸਾਰਾ। ਠੀਕ ਹੈ, ਅਤੇ ਆਹ ਚੇਂਜ ਓਵਰ ਘੁਮਾ ਕੇ ਲੋਡ ਕਰਤਾ ਸੋਲਰ 'ਤੇ, ਐਂਪੀਅਰ ਵੱਧ ਕੇ ਨਾਲ ਹੀ ਵੋਲਟੇਜ 120 ਰਹਿ ਗਈ। DC ਐਂਪੀਅਰ ਇਹਦੇ 7 ਵਾ ਜਿਹੜੇ ਪਲੇਟਾਂ ਵੱਲੋਂ ਆ ਰਹੇ ਆ, ਅਤੇ ਕਨਵਰਟ ਕਰਕੇ ਤਕਰੀਬਨ 3,000 ਜਾਂ ਕੁਛ ਪੁਆਇੰਟ ਦੇ ਰਿਹਾ ਹੈ। ਲੇਕਿਨ ਇਸ ਗੱਲੋਂ ਇਹ ਗੰਦਾ ਨਿਕਲਿਆ। ਚੱਲਿਆ ਸਿਰਫ ਪਹਿਲੀ ਦਫਾ ਚੱਲਿਆ 10 ਕੁ ਮਿੰਟ, ਹੁਣ ਚੱਲਿਆ ਕੋਈ 20-25 ਮਿੰਟ ਚੱਲਿਆ ਅਤੇ ਜਵਾਬ ਦੇ ਗਿਆ। ਦੋਨਾਂ ਦਫਾ ਉਤਾਰ ਕੇ ਵਾਪਸ ਘੱਲਤਾ। ਅਤੇ ਅਗਰ ਉਹਨਾਂ ਪੁੱਛ ਲਓ ਤਾਂ ਇਹ ਤਾਂ ਬਹੁਤ ਇਹ 5 kVA ਵਾ, ਅੱਧਾ ਲੋਡ ਚੁੱਕਦਾ ਵਾ, ਯਾਨੀ ਕਿ ਆਵਾਮ ਨੂੰ ਨਾ ਇੱਕ ਬਣਾਇਆ। ਹੁਣ ਤੁਹਾਨੂੰ ਮੈਂ ਤਸਵੀਰਾਂ ਇਹਦੀਆਂ ਦਿਖਾਉਂਦਾ ਵਾਂ ਕਿ ਕਿਹੜਾ 5 kVA ਵਾਲਾ, ਤਾਂ ਕਿ ਤੁਸੀਂ ਉਹ ਲੈਣ ਜਾਓ ਅਤੇ ਇਹ ਇਹਤਿਆਤ ਕਰਨੀ ਕਿਹੜਾ ਲੈਣਾ ਵਾ ਅਤੇ ਕਿਹੜਾ ਨਹੀਂ ਲੈਣਾ, ਅਗਰ ਦੇਸੀ ਲੈਣਾ ਤਾਂ। ਠੀਕ ਆ, ਦੇਸੀ ਲਗਾਇਆ ਇਸ ਤੋਂ ਪਹਿਲੇ 6 ਕਿਲੋਵਾਟ ਦਾ, ਉਹ ਤਕਰੀਬਨ ਬਿਹਤਰੀਨ ਚੱਲ ਰਿਹਾ। ਲਾਲ ਪੰਪ ਚਲਾ ਰਿਹਾ, AC ਚਲਾ ਰਿਹਾ ਵਾ ਡਾਇਰੈਕਟ। ਠੀਕ ਆ, ਵਾਪਦਾ ਸ਼ਰੀਮ ਹੋ ਜਾਏਗੀ। ਆਹ ਨੀਚੇ ਆ 5 kVA ਦਾ। ਅੱਜ ਜਿੱਥੇ ਐਰੋ ਦੇ ਨਿਸ਼ਾਨ ਆਏਗੇ ਨਾ, ਇਹ ਵਾ ਆਪਣਾ ਟਰਾਂਜ਼ਿਸਟਰ ਲਾਏ। ਜਿੱਦਾਂ UPS ਦੇ ਅੰਦਰ ਟਰਾਂਜ਼ਿਸਟਰ ਨਹੀਂ ਹੁੰਦੇ, ਇਹ ਟਰਾਂਜ਼ਿਸਟਰ ਆ ਬਿਲਕੁਲ 7801 ਜਾਂ ਇਹਦੇ ਮੁਤਬਾਦਲ ਕੋਈ ਇਸ ਰੇਂਜ ਦੇ ਆ। ਇਹ ਲੋਡ ਚੁੱਕਦੇ ਨਾ ਚੁੱਕਦੇ ਇੱਕ ਬਰਾਬਰ। ਇਹ ਵੱਡੀ ਹੈ, ਇਹਦੀ ਖਾਮੀ ਆ। ਕਾਰਡ ਦੇ ਉੱਪਰ ਹੀ ਅਪਰੇਟ ਕੀਤਾ ਵਾ ਇਹਨੂੰ। ਇਹ ਜੇ 5 kVA ਦਾ ਜਿਸ ਤੋਂ ਤੁਸੀਂ ਅਵਾਇਡ ਕਰਨਾ। ਉੱਪਰ ਹੈਗਾ 6 ਕਿਲੋਵਾਟ ਦਾ, ਜਿਹਨੂੰ ਕਪੈਸਿਟਰ ਲੱਗਾ ਟਾਰਕ ਵਾਸਤੇ, ਅਤੇ ਬ੍ਰਿਜ ਲੱਗੀ ਆ, ਅਤੇ IGBT ਲੱਗੇ। ਖਾਸ ਕਰ ਤੁਸੀਂ IGBT ਵਾਲਾ ਕਹਿ ਕੇ ਲੈਣਾ। ਇਹ ਕਾਰਡ ਦੇ ਥਰੂ, ਕਾਰਡ ਇਹਨੂੰ ਸਿਰਫ ਕੰਟਰੋਲ ਕਰਦਾ, ਲੋਡ ਸਾਰਾ ਕਪੈਸਿਟਰ ਅਤੇ IGBT ਚੁੱਕਦੇ ਆ। ਆਹ ਤਸਵੀਰ 'ਚ ਮੇਨ ਜਿਹੜੀ IGBT ਵਾਲੀ ਸੀ, ਆਹ ਦੂਜੇ ਦੀ। ਅਤੇ ਤੁਸੀਂ ਆਪਣਾ ਬਚਣਾ ਜੇ। ਠੀਕ ਆ, ਆਹ ਵਾ ਮਾਰਕੀਟ 'ਚ ਫਲਾਟ ਕਹਿ ਕੇ ਵੇਚਦੇ ਆ ਉਹ 5 kVA ਦਾ। 5 kVA ਦਾ ਅਗਰ ਲੋਡ ਬਰਾਬਰ ਗਿਣਿਆ ਵੇ ਤਕਰੀਬਨ 18-19 ਐਂਪੀਅਰ ਬਣਦਾ 5 kVA ਦਾ। ਲੇਕਿਨ ਇਹ ਆਵਾਮ ਨੂੰ ਉੱਲੂ ਬਣਾ ਰਹੇ ਆ। ਅਤੇ ਜਿਹੜਾ ਕਿਲੋਵਾਟ 'ਚ ਦੇ ਰਿਹਾ, ਉਹ ਉਹਨਾਂ ਦਾ ਆਪਣਾ ਲਹਿਦਾ ਇੱਕ ਕੰਸੈਪਟ ਉਹਨਾਂ ਬਣਾਇਆ ਕਿ ਕਿਲੋਵਾਟ ਅਤੇ kVA ਇੰਨਾ ਦੇਣਾ। ਲੇਕਿਨ ਬਹਰਹਾਲ ਜਦੋਂ ਤੁਸੀਂ ਖਰੀਦਣਾ ਨਾ ਦੇਸੀ, ਅਗਰ ਬਜਟ ਨਹੀਂ ਹੈਗਾ ਤੁਹਾਡੇ ਕੋਲ ਹਾਈਬ੍ਰਿਡ ਦਾ ਜਾਂ ਚਾਈਨਾ ਦੇ ਇਨਵਰਟਰ ਦਾ, ਤੁਸੀਂ IGBT ਵਾਲਾ ਜਾਂ ਬ੍ਰਿਜ ਵਾਲਾ ਕਹਿ ਕੇ ਲੈਣਾ। ਇਹ ਵਾ ਪ੍ਰੋਪਰ ਲੋਡ ਚੁੱਕਦੇ। IGBT ਬ੍ਰਿਜ ਇਹਨਾਂ 'ਚ ਲੱਗਾ ਨਾ ਜਿਨ੍ਹਾਂ 'ਤੇ, ਉਹ ਆ ਕਾਰਡ ਸਿਰਫ ਕੰਟਰੋਲ ਕਰਦਾ, ਸਿਗਨਲ ਦਿੰਦਾ, ਲੋਡ ਸਾਰਾ ਚੁੱਕਣਾ ਹੋਣਾ। ਇਹਨਾਂ 'ਚ ਜਿਹੜਾ ਜਿਸ ਤਰ੍ਹਾਂ ਵੱਧ ਜਾਓਗੇ, ਇੰਡਕਸ਼ਨ ਕੋਇਲ ਵੀ ਆਉਣ ਲੱਗ ਪੈਂਦੀ ਆਈ ਆ, ਉਹ ਵੀ ਲਗਾਉਂਦੇ ਆ। ਲੇਕਿਨ ਜਿਹੜਾ ਵਾ ਆ ਨੀਚੇ 5 kVA ਦਾ, ਇਹ 'ਚ ਕੋਈ ਚੀਜ਼ ਨਹੀਂ। ਇਹ ਨਾਮ ਬਰਾਏ ਨਾਮ ਬਿਲਕੁਲ ਇਹ ਕਾਰਡ ਦੇ ਉੱਪਰ ਉਹਨਾਂ ਨੇ ਕੰਟਰੋਲ ਕੀਤਾ, ਚਲਾਇਆ ਵਾ। ਅਤੇ ਬਾਕੀ ਇਨਸ਼ਾਅੱਲਾ ਇਸ ਤਰ੍ਹਾਂ ਦੀ ਮਾਲੂਮਾਤੀ ਵੀਡੀਓ ਤੁਹਾਨੂੰ ਫਿਰ ਬਣਾ ਕੇ ਜਿਹੜੀ ਸਾਡੇ ਤਜਰਬੇ 'ਚੋਂ ਗੁਜ਼ਰੇ ਉਹੀ ਸ਼ੇਅਰ ਕਰੀ ਦੀ ਕੋਸ਼ਿਸ਼ ਕਰੀਦੀ ਆ। ਵੀਡੀਓ ਚੰਗੇ ਲੱਗੇ ਤਾਂ ਲਾਜ਼ਮੀ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ। ਇਸ ਤਰ੍ਹਾਂ ਦੀ ਵੀਡੀਓ ਜਿਹੜੀ ਡੇਲੀ ਬੇਸਿਸ 'ਤੇ ਬਣਦੀ ਰਹੇਗੀ, ਤੁਹਾਨੂੰ ਅਪਲੋਡ ਕਰਦੇ ਰਹਾਂਗੇ। ਮਿਲਾਂਗੇ ਇਨਸ਼ਾਅੱਲਾ ਨੈਕਸਟ ਵੀਡੀਓ 'ਚ। ਰੱਬ ਰਾਖਾ।